ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਚ ਦੀ, क्योंकि जथेदार साहब ਦੇ ਵੱਲੋਂ 23 जुलाई ਨੂੰ गुरु नानक जहाज यादगारी दिहाड़ा मनाउण ਦੀ अपील की गई है। सरकारी पद्धर ते यादगारी दिहाड़ा मनाए उन्होंने ये अपील की है। ते दस दे कि ज्ञानी कुलदीप सिंह गड़गच ने केंद्र ते पंजाब सरकार तो यह मांग की है 23 जुलाई ਨੂੰ यादगारी दिहाड़े वजों सरकारी मानता इस दिन ਨੂੰ ਦਿੱਤੀ ਜਾਵੇ। ਇਹ अपील जथेदार साहब ਦੇ ਵੱਲੋਂ की गई। 23 जुलाई नस्लवाद खिलाफ एक वड्डे संघर्ष की याद दिवाता है। कैनेडा के सरी ते वैंकूवर दरअसल सरकारी तौर पर मानता इसनों मिली हुई है। 23 जुलाई ਨੂੰ भारत सरकार भी यादगारी दिहाड़े ਨੂੰ सरकारी मानता देवे ते कामागाटा मारू दी थां गुरु नानक जहाज पढ़ाया जावे। बच्चों ਨੂੰ गुरु नानक जहाज नाल संबंधित घटना ने देश की आज़ादी च वड्डा योगदान पाया सी। काबिले गौर है कि 23 जुलाई 1914 ਨੂੰ ਕੈਨੇਡਾ ਦੀ ਧਰਤੀ ਉੱਤੇ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਗਦਰੀ ਬਾਬੇ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਵਿੱਚ ਪਹੁੰਚੇ ਪੰਜਾਬੀਆਂ, ਜਿਨ੍ਹਾਂ ਵਿੱਚ ਬਹੁ ਗਿਣਤੀ ਸਿੱਖਾਂ ਦੀ ਸੀ, ਨੂੰ ਜਬਰੀ ਵਾਪਸ ਮੋੜ ਦਿੱਤਾ ਗਿਆ ਸੀ, ਜੋ ਕਿ ਮਨੁੱਖੀ ਅਧਿਕਾਰਾਂ ਦੀ ਵੱਡੀ ਉਲੰਘਣਾ ਸੀ। ਇਸ ਜਹਾਜ਼ ਦੇ 377 ਮੁਸਾਫਰਾਂ ਵਿੱਚੋਂ 341 ਸਿੱਖ ਸਨ। ਤੇ ਹੁਣ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੂੰ, ਨਾਲੇ ਹੀ ਪੰਜਾਬ ਸਰਕਾਰ ਨੂੰ, ਕਿ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ਵਜੋਂ मनाया जाए। कैनेडा के सरी ते वैंकूवर च सरकारी तौर पर इसनूं मानता मिली हुई है। कामागाटा मारू दी थां गुरु नानक जहाज पढ़ाया जाए, ये मांग जथेदार साहब दे वल्लों की गई है। जथेदार दे वल्लों 23 जुलाई ਨੂੰ गुरु नानक जहाज यादगारी दिहाड़ा मनाउण की अपील की गई है। केंद्र ਨੂੰ भी अपील की है, नाल ही पंजाब सरकार ਨੂੰ भी अपील की। ਤੇ ਕੈਨੇਡਾ ਦੇ ਸਰੀ ਤੇ ਵੈਂਕੂਵਰ ਚ ਸਰਕਾਰੀ ਤੌਰ ਤੇ ਮਾਨਤਾ ਇਸ ਦਿਹਾੜੇ ਨੂੰ ਮਿਲੀ ਹੋਈ ਹੈ। ਭਾਰਤ ਸਰਕਾਰ ਵੀ ਯਾਦਗਾਰੀ ਦਿਹਾੜੇ ਨੂੰ ਸਰਕਾਰੀ ਮਾਨਤਾ ਦੇਵੇ, ਇਹ ਮੰਗ ਜਥੇਦਾਰ ਸਾਹਿਬ ਦੇ ਵੱਲੋਂ ਕੀਤੀ ਗਈ ਹੈ। ਕਾਮਾਗਾਟਾ ਮਾਰੂ ਦੀ ਥਾਂ ਗੁਰੂ ਨਾਨਕ ਜਹਾਜ਼ ਬੱਚਿਆਂ ਨੂੰ ਪੜਾਇਆ ਜਾਏ, ਕਿਉਂਕਿ ਕਾਮਾਗਾਟਾ ਮਾਰੂ ਦੀ ਜੋ ਪੂਰੀ ਸਟੋਰੀ ਹੈ ਇਹ ਬੱਚਿਆਂ ਨੂੰ ਹਿਸਟਰੀ ਚ ਪੜਾਈ ਜਾਂਦੀ ਹੈ। ਤੇ ਸਾਡੇ ਨਾਲ ਅਮਰਜੀਤ ਚਾਵਲਾ जुड़े हुए ने फोन लाइन ते। सर बहुत बहुत स्वागत तुहाडा न्यूज़ 18 पंजाब ते। जथेदार साहब दे वल्लों अपील की है केंद्र सरकार नूं, पंजाब सरकार नूं भी कि जो 23 जुलाई नूं कामागाटा मारू दी थां गुरु नानक जहाज बच्चों नूं पढ़ाया जाए। इस दे नाल ही इस नूं जो है गुरु नानक जहाज यादगारी दिहाड़ा मनाउण दी अपील की। हाँ जी जी देखो, ये बहुत एक इतिहासक घटना है। ਜਦੋਂ ਹਿੰਦੁਸਤਾਨ ਤੋਂ ਕੁਝ ਜਿਹੜੇ ਸੁਤੰਤਰਤਾ ਸੈਨਾਨੀ ਸਨ, ਜਿਨ੍ਹਾਂ ਤੇ ਬਹੁਤ ਭਾਰੀ ਜ਼ੁਲਮ ਤੇ ਤਸ਼ੱਦਦ ਹਿੰਦੁਸਤਾਨ 'ਚ ਹੋ ਰਿਹਾ ਸੀ ਅੰਗਰੇਜ਼ਾਂ ਵੱਲੋਂ, ਤੇ ਉਹਨਾਂ ਨੇ ਇੱਕ ਜਹਾਜ਼ ਕਰਕੇ ਤੇ ਆਪਣੇ ਵੱਲੋਂ ਇੱਕ ਸੇਫ ਥਾਂ ਤੇ ਜਾਣ ਲਈ ਕੈਨੇਡਾ ਨੂੰ ਇਹ ਜਹਾਜ਼ ਗਿਆ ਸੀ। ਲੇਕਿਨ ਕਿਉਂਕਿ ਕੈਨੇਡਾ ਵਿਖੇ ਵੀ ਇੰਗਲੈਂਡ ਦਾ ਹੀ ਰਾਜ ਸੀ ਉਦੋਂ, ਜਿਵੇਂ ਹਿੰਦੁਸਤਾਨ 'ਚ ਇੰਗਲੈਂਡ ਦਾ ਰਾਜ ਸੀ, ਇਵੇਂ ਕੈਨੇਡਾ ਵੀ ਇੰਗਲੈਂਡ ਦਾ ਹੀ ਰਾਜ ਸੀ ਉਹ, ਤੇ ਉਹਨਾਂ ਨੇ ਉੱਥੇ ਜਹਾਜ਼ ਨੂੰ ਬੰਦਰਗਾਹ ਤੇ ਲੱਗਣ ਨਹੀਂ ਦਿੱਤਾ, ਬਲਕਿ ਉਹਨਾਂ ਨੇ ਕੋਈ ਗੋਲੀਆਂ ਚਲਾਈਆਂ, ਬਹੁਤ ਤੰਗ ਕੀਤਾ। ਨਾ ਕੋਈ ਰੋਟੀ, ਨਾ ਕੋਈ ਪਾਣੀ, ਨਾ ਕੋਈ ਰਹਿਣ ਦਾ ਕੋਈ ਪ੍ਰਬੰਧ ਉਹਨਾਂ ਨੂੰ ਦਿੱਤਾ ਗਿਆ। ਤੇ ਉਹਨਾਂ ਨੇ ਉਹ ਜਹਾਜ਼ ਉੱਥੋਂ ਵਾਪਸ ਜਿਹੜਾ ਮੋੜਿਆ, ਗੁਰੂ ਨਾਨਕ ਜਹਾਜ਼ ਦਾ ਨਾਂ ਰੱਖਿਆ ਗਿਆ। ਉਹ ਉਸ ਸੰਬੰਧ ਵਿੱਚ ਜਥੇਦਾਰ ਸਾਹਿਬ ਨੇ, ਗਿਆਨੀ ਕੁਲਦੀਪ ਸਿੰਘ ਜੀ ਗੜਗਚ ਸਾਹਿਬ ਨੇ ਇਹ ਅਪੀਲ ਕੀਤੀ ਹੈ। ਦੋਨਾਂ ਸਰਕਾਰਾਂ ਨੂੰ ਕਿਹਾ ਕਿ ਉਹ ਇਸ ਯਾਦਗਾਰ ਨੂੰ, ਉਸ ਦਿਨ ਨੂੰ ਵੀ ਮਨਾਉਣ, ਅਤੇ ਇਹਦਾ ਜਿਹੜਾ ਇਤਿਹਾਸ ਹੈ ਉਹ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਵੀ ਪੜ੍ਹਾਇਆ ਜਾਣਾ ਚਾਹੀਦਾ। ਇਹ ਇੱਕ ਬਹੁਤ ਵੱਡਾ ਉਹਨਾਂ ਨੇ ਇੱਕ ਸਾਨੂੰ ਸਾਰਿਆਂ ਨੂੰ, ਸਾਡੇ ਸਮਾਜ ਨੂੰ, ਹਿੰਦੁਸਤਾਨੀਆਂ ਨੂੰ ਇਹ ਤਾਂ ਕਰਕੇ ਯਾਦ ਦਵਾਈ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿੱਚ 80-85% ਹਿੱਸਾ ਪਾਇਆ, ਉਹ ਕਿਵੇਂ ਉਹਨਾਂ ਨੇ ਕੁਰਬਾਨੀਆਂ ਕਿੱਥੇ ਕਿੱਥੇ ਕਰੀ। ਇਹ ਨਹੀਂ ਕਿ ਭਗਤ ਸਿੰਘ ਜਾਂ ਸਰਾਭਾ ਜਾਂ ਊਧਮ ਸਿੰਘ ਫਾਂਸੀ ਚੜੇ ਕੱਲੇ, ਪਤਾ ਨਹੀਂ ਕਿੰਨੇ ਜੇਲ੍ਹਾਂ ਚ ਰੋਗੇ, ਕਿੰਨੇ ਕਾਲੇ ਪਾਣੀ, ਅੰਡੇਮਾਨ ਨਿਕੋਬਾਰ ਦੀਆਂ ਜ਼ਿਲ੍ਹਾ ਚ ਬੰਦ ਕੀਤੇ ਗਏ, ਉੱਥੇ ਮਾਰੇ ਗਏ, ਪਤਾ ਨਹੀਂ ਕਿੱਥੇ ਕਿੱਥੇ ਕੁਰਬਾਨੀਆਂ ਹੋਈਆਂ। ਉਹਨਾਂ ਚੋਂ ਇਹ ਬਹੁਤ ਇੱਕ ਵੱਡੀ ਘਟਨਾ ਹੈ ਜਿਹੜੀ ਮਤਲਬ ਕਿ ਵੀ ਇਹ ਕਾਮਾਗਾਟਾ ਮਾਰੂ ਦੀ। ਅਮਰਜੀਤ ਜੀ, ਜਥੇਦਾਰ ਸਾਹਿਬ ਦੇ ਵੱਲੋਂ ਤਾਂ ਅਪੀਲ ਕੀਤੀ ਗਈ, ਇਸ ਤੋਂ ਪਹਿਲਾਂ SGPC ਨੇ ਕਦੀ ਅਪਰੋਚ ਕੀਤਾ ਹੈ ਪੰਜਾਬ ਸਰਕਾਰ ਨੂੰ ਜਾਂ ਫਿਰ ਕੇਂਦਰ ਸਰਕਾਰ ਨੂੰ? ਨਹੀਂ, SGPC ਤਾਂ ਲਗਭਗ ਸਾਡੇ ਜਿੰਨੇ ਇਤਿਹਾਸਿਕ ਦਿਹਾੜੇ ਅਸੀਂ ਆਪਣੇ ਤੌਰ ਤੇ ਸਾਰੇ ਮਨਾਉਂਦੇ ਆ। ਅਸੀਂ ਕੋਈ ਵੀ ਦਿਹਾੜਾ, ਚਾਹੇ ਕਿਸੇ ਸ਼ਹੀਦ ਦਾ ਦਿਹਾੜਾ, ਚਾਹੇ ਕੋਈ ਸਾਡੀ ਜਿਹੜੀਆਂ ਮੂਵਮੈਂਟਾਂ ਚੱਲੀਆਂ ਉਹਨਾਂ ਦਾ ਦਿਹਾੜਾ, ਉਹ ਜਿੱਥੇ ਵੀ ਸਿੱਖਾਂ ਦਾ ਕੰਸਰਨ ਹੈ ਉੱਥੇ ਬਕਾਇਦਾ SGPC ਸਾਰੇ ਦਿਨਾਂ ਨੂੰ ਮਨਾਉਂਦੀ ਹੈ। जी
चलो बहुत बहुत शुक्रिया अमरजीत चावला एसजीपीसी ਦੇ ਜੋ ਮੈਂਬਰ ਸੀ ਸਾਡੇ ਨਾਲ ਜੁੜੇ। ਹਾਲਾਂਕਿ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ ਕਿ 23 ਜੁਲਾਈ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਮਨਾਇਆ ਜਾਏ। ਅੱਜ 23 ਜੁਲਾਈ ਹੀ ਹੈ। ਸਰਕਾਰੀ ਪੱਧਰ ਤੇ ਯਾਦਗਾਰੀ ਦਿਹਾੜਾ ਮਨਾਉਣ ਦੀ ਅਪੀਲ ਕੀਤੀ ਗਈ ਹੈ। ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ। ਨਾਲੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਕਾਮਾਗਾਟਾ ਮਾਰੂ ਦੀ ਥਾਂ ਗੁਰੂ ਨਾਨਕ ਜਹਾਜ਼ ਬੱਚਿਆਂ ਨੂੰ ਕਹਿ ਕੇ ਪੜ੍ਹਾਇਆ ਜਾਏ। उसको ये खा जाते हैं या फिर सरकारी फंक्शनों में खर्च कर दिया जाता है। पिछले दिनों अपना हक मांगने के लिए पशुपालक, छोटे छोटे किसान अधिकारियों के सामने गए। बजाय इसके कि उनकी बात सुनी जाती, टेबल पर बैठकर उनके साथ बातचीत की जाती, उन पर आंसू गैस के गोले और गोलियां चलाई गई, जिसमें एक किसान की मृत्यु हो गई। गरीब किसान जिसके घर पे छत भी नहीं है, और बाकियों पर एफआईआर कर दी, 82 एफआईआर कर दी ताकि वो एक जगह इकट्ठे ना हो सके डर के मारे। ये तानाशाही का भी अगला रूप है। लेकिन हम आम आदमी पार्टी वाले हैं, अब हम आपके साथ आ गए हैं। हम पर तो पता ही नहीं, अनगिनत एफआईआर चल रही हैं। हम इनकी एफआईआर से नहीं डरते। हम इनको ये कहते हैं, आपके कागज खत्म हो जाएंगे, हमारे बंदे खत्म नहीं होंगे। दुख की बात यह है कि पिछले 30 साल से यहां कोई विपक्ष नहीं है, अपोजिशन नहीं है, कांग्रेस विपक्ष नहीं है। कांग्रेस तो मिली हुई है उनके साथ। अगर कांग्रेस विपक्ष होती तो कांग्रेस यहां पे आपके साथ आके खड़ी हो जाती, हमको दिल्ली से पंजाब से आने की जरूरत न पड़ती। कांग्रेस इनके साथ मिली हुई है, इसीलिए 30 साल से काम चल रहा। जनता भाजपा को वोट देने के लिए बिल्कुल भी तैयार नहीं है, लेकिन उनके पास कोई और रास्ता नहीं है। कांग्रेस वाले खुद भी कह देते हैं, इन्हीं को डाल दो। किसको डालें फिर? अब तीसरा रास्ता खुला है। बिस्वादर से तीसरा रास्ता गोपाल इटालिया ने खोला है। हम खेतों वाले हैं। पहले कोई आदमी अपने पांव के निशान बनाता है, फिर उन्हीं पांव के निशान पे कुछ और आदमी चलते हैं, फिर छोटी सी पगडंडी बनती है, उसके बाद पही बोलते हैं पंजाबी में, वो बनती है, फिर बड़ा पहा बनता है, फिर सड़क बनती है, फिर जीटी रोड बनती है। अभी गुजरात में पगडंडी तक तो पहुंच गए हैं, बस 2 स्टेप और हैं, पही पहा, उसके बाद जीटी रोड आपकी सरकार गुजरात में। थोड़ा धैर्य रखिए, पंजाब में भी ऐसा ही था। पंजाब में भी ऐसा ही था। 2 पार्टियां थी, दोनों आपस में मिली हुई थी। 5 साल तुम, 5 साल मैं आ गया, मैं तुमको कुछ नहीं कहूंगा, तुम आगे, तुम मुझको कुछ मत कहना। ये चल रहा था। गुजरात में तो ये भी नहीं चल रहा। गुजरात में तो सीधे ही है, हम दोनों ही आ गए, किसी को कुछ नहीं कहेंगे। तो दूध पाल, जो पशु पालते हैं, दूध के किसान, उनका 18% से काट के 9% पे ले आए, और काटेंगे। अगर आपने कुर्बानियां ना दी, अगर आपने आंदोलन ना किया,
हमारा इतना भर खबर आने से कि अरविंद केजरीवाल आ रहा है, इतना भर खबर आने से आधे से ज्यादा पैसे देने के लिए मान चुके हैं कि यार वो आ रहा है यार, दे दो यार कुछ।